दस सके। भैन जी ने बड़ी सुंदर व्याख्या की, मैं बाहर ही सुनी है, चार लावां दी। और इन्हां चार लावां दा जिहड़ा एक अध्यात्मक ते रूहानीयत दा रूप है वो तो वखरा है, ਉਹਦੀ ਜਿਹੜੀ व्याख्या है वो बड़े ही पक्ष तो हो सकती, ਉਹਦਾ बहुत शावी चिंतन किया जा सकता है। पर तुसीं कदी ਇਹ ਵੇਖਦੇ ਹੋ कि कोई वो समा सी जदों सनातन मत चार आश्रम तय करता है कि जिंदगी के चार हिस्से ने, 25-25 साल के चार सैगमेंट। पहला ब्रह्मचार्य, दूसरा गृहस्थ, तीसरा वानप्रस्थी, चौथा समाधि आश्रम। कि जिंदगी के पहले 25 साल तुसी ब्रह्मचार्य को धारण करके इकल्ले रहना है ते अध्ययन करना है धर्म का। उस तो बाद तुसी परिवार च आ जाना है। ਇਹਦਾ मतलब पहले दे विच तुसी परिवार तो दूर जाना है, गुरुकुल दे विच निर्विरती मार्ग। ते साडी शुरुआत कित्थों हुंदी? सूही राग दे विच हर पहलड़ी लाव परविरती, निर्विरती नहीं है। वो कहते ने कि जे अध्ययन करना है तो समाज नूं छड्ड के जाना है, ते गुरु पातशाह कहते आउणा है समाज दे विच, जाना नहीं। काहे रे बन खोजन जाई, सर्ब निवासी सदा अलेपा तो ही संग समाई। किते जाना नहीं, आउणा है, उस निज घर दे विच आउणा है। हर पहलड़ी लाव प्रवृत्ति, वो कहते निर्वृत्ति। फिर दूसरा मार्ग, तुसी फिर घर दे विच आके 25 साल लई गृहस्थ मार्ग नूं मनना है। पातशाह कहते नहीं, प्रवृत्ति दे विच आके हर दूजड़ी लाव सतगुर पुरख मिलाया बलराम जी। वो तो संसारी मिलाप की गल करते हैं। पातशाह कहते इस समय तो तू परिवार च रहिंदे ही निरंकार नूं मिलण दी बात आउणी शुरू कर देनी है। फिर वो कहते हैं कि फिर 50 साल तो बाद अगले 75 का जिहड़ा पीरियड है, जिसनूं वो कहते हैं कि वन आश्रम जां उसनूं कहते ने सुन आश्रम भी कहते हैं, समाधि आश्रम तो पहला कि तू जंगलों च भाल करन जाना है। तो पातशाह कहते कि नहीं, उस अवस्था च बाहर जाने की लोड़ नहीं, तुहाडी तीजी अवस्था तो इत्थे शुरू हो गई। हर तीजड़ी लाम मन चाओ भया बैरागिया बलराम जीओ। इत्थे बैराग नूं भी समझण की लोड़ है। साडे धार्मिक जगत दे विच साहिब श्री गुरु ग्रंथ साहिब महाराज दे ते ਸਰੋਤਾਂ च बैराग शब्द बहुत वारी आउंदा है, पर साडा बैराग वखरा जे। ਅਸੀਂ ਕਹਿੰਦੇ ਮਨ ਕਿਉਂ बैराग करेगा सतगुर मेरा पूरा। ਤੇ ਇੱਕ ਪਾਸੇ ਵੀ ਆਉਂਦਾ ਮਨ बैराग ਭਇਆ दर्शन देखने का चाओ, क्योंकि ਇਹਦੇ अर्थ दो ने। राग ਦਾ अर्थ है प्रीत, बैराग प्रीत मोह तो मुक्त हो जाना ਤੇ ਜਾਂ ਫਿਰ ਉਹਦੇ ਚ ਵਹਿ ਜਾਣਾ। ਇੱਕ ਯਤਮਾਨ ਵਿਰਾਗ ਹੁੰਦਾ ਹੈ, ਇੱਕ ਯਕਿੰਦਰੀਆ ਹੁੰਦਾ ਹੈ, ਇੱਕ ਵਾਇਤਰਿਕ ਹੁੰਦਾ ਹੈ, ਇੱਕ ਬੁੱਧ ਦਾ ਵਿਰਾਗ ਹੈ, ਦੁਨੀਆ ਦੁੱਖਾਂ ਦਾ ਘਰ ਛੱਡ ਕੇ ਚਲੇ ਜਾਓ। ਇੱਕ ਜੋਗੀਆਂ ਦਾ ਸੰਨਿਆਸ ਹੈ, ਗ੍ਰਹਿਸਥ ਮਾਰਗ ਦੇ ਵਿੱਚ ਨਹੀਂ ਆਉਣਾ। ਇੱਕ ਉਹ ਵਿਰਾਗ ਹੈ ਕਿ ਸਮਾਜ ਤੋਂ ਦੂਰ ਜਾ ਕੇ ਇੱਕ ਆਪਣਾ ਸਮਾਜ ਸਿਰਜਣਾ। ਤੇ ਜਿਹੜਾ ਸਿੱਖ ਦਾ ਵਿਰਾਗ ਹੈ ਉਹ ਹੈ ਵਸ਼ੀਕਾਰ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਸਾਡਾ ਉਹ ਵਿਰਾਗ ਹੈ। ਹੁਣ ਚੌਥੀ ਉਹ ਕਹਿੰਦੇ ਨੇ ਕਿ ਤੁਸੀਂ ਪਰਮਾਤਮਾ ਨੂੰ ਮਿਲਣ ਦਾ ਯਤਨ ਕਰਨਾ ਹੈ ਚੌਥੇ ਆਸ਼ਰਮ ਦੇ ਵਿੱਚ। ਤੇ ਪਾਤਸ਼ਾਹ ਕਹਿੰਦੇ ਯਤਨ ਕਰਨ ਦੀ ਗੱਲ ਛੱਡ, ਜੰਗਲ 'ਚ ਜਾਣ ਦੀ ਲੋੜ ਨਹੀਂ, ਤੂੰ ਤੇ ਘਰ ਹੀ ਬੈਠਿਆ। ਹਰ ਚੌਥੜੀ ਲਾਮ ਮਨ ਸਹਿਜ ਭਇਆ ਹਰ ਪਾਇਆ ਬਲਰਾਮ ਜੀ। ਸਾਡਾ ਤਾਂ ਸਭ ਕੁਝ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਸਾਡਾ ਤਾਂ ਸਭ ਕੁਝ ਉੱਥੇ ਹੀ ਹੋ ਗਿਆ। ਇਹ ਸਾਨੂੰ ਬੱਚਿਆਂ ਨੂੰ ਪਰਿਵਾਰਾਂ ਵਿੱਚ ਸਮਝਾਉਣ ਦੀ ਲੋੜ ਸੀ, ਸਮਝਾ ਨਹੀਂ ਸਕੇ। ਸਾਡੇ ਇਤਿਹਾਸ ਦੇ ਵਿੱਚ, ਸਾਡੇ ਫਲਸਫੇ ਦੇ ਵਿੱਚ, ਸਾਡੀਆਂ ਮਾਨਤਾਵਾਂ ਦੇ, ਸਾਡੀ ਮਰਿਆਦਾ ਦੇ ਵਿੱਚ ਜੋ ਕੁਝ ਗ੍ਰਹਿਸਥ ਜੀਵਨ ਨੂੰ ਲੈ ਕੇ ਆਨੰਦ ਸੰਸਕਾਰ ਦੇ ਵਿੱਚ ਸੀ, ਆ ਜਿੰਨੇ ਵੀ ਅਸੀਂ ਕੰਪਲੈਕਸ ਪੈਦਾ ਕੀਤੇ ਨੇ ਨਾ, ਅਸੀਂ ਜਿਸ ਸਮਾਜ 'ਚੋਂ ਰਹਿੰਦੇ ਹਾਂ ਨਾ, ਉਸ ਸਮਾਜ ਦੇ ਵਿੱਚੋਂ ਜਿਹੜੀ ਚੀਜ਼ ਚੰਗੀ ਲੱਗਦੀ ਉਹ ਚੁੱਕ ਕੇ ਆਪਣੀਆਂ ਮਾਨਤਾਵਾਂ 'ਚ ਪਾ ਲਈਆਂ। ਇਹ ਸਾਡੀ ਸਭ ਤੋਂ ਵੱਡੀ ਸਮੱਸਿਆ ਹੈ। ਜੇ ਅਸੀਂ ਵਿਦੇਸ਼ ਦੇ ਵਿੱਚ ਰਹਿ ਰਹੇ ਹਾਂ ਤੇ ਅਸੀਂ ਕੇਕ ਕੱਟਣ ਦੀ ਰਸਮ ਪਾ ਲਈ। ਜੇ ਅਸੀਂ ਕਿਸੇ ਹੋਰ ਸਮਾਜ 'ਚ ਰਹਿ ਰਹੇ ਹਾਂ ਅਸੀਂ ਜੈਮਾਲਾ ਪਾ ਲਈ। ਜੇ ਕਿਸੇ ਹੋਰ ਸਮਾਜ ਦੇ ਵਿੱਚ ਰਹਿ ਰਹੇ ਹਾਂ ਅਸੀਂ ਸੁਰਮਾ ਪਾਉਣਾ ਪਾ ਲਿਆ। ਵੀ ਕਦੀ ਅਸੀਂ ਵਿਚਾਰ ਹੀ ਨਹੀਂ ਕੀਤੀ ਵੀ ਸਾਡੇ ਆਨੰਦ ਕਾਰਜ ਦੀ ਮਰਿਆਦਾ ਕੀ ਹੈ। ਤੇ ਇਹ ਜਿਹੜੀਆਂ ਚੀਜ਼ਾਂ ਲੈ ਇਹ ਆਈਆਂ ਕਿੱਥੋਂ? ਮਿਸਾਲ ਦੇ ਤੌਰ ਤੇ ਮੈਂ ਉਦਾਹਰਨ ਦਿੰਦਾ, ਕਿਸੇ ਸਮੇਂ
ਕਿਸੇ ਸਮੇਂ ਕਿਸੇ ਧਰਮ ਦੇ ਵਿਦਵਾਨਾਂ ਨੇ ਕਿਸੇ ਸਮੱਸਿਆ ਨੂੰ ਲੈ ਕੇ ਇੱਕ ਫਾਇਦਾ ਪਹੁੰਚਾਉਣ ਵਾਲੀ ਸੋਚ ਦੇ ਨਾਲ ਇੱਕ ਕਾਰਜ ਕੀਤਾ। ਉਹ ਕਾਰਜ ਬੱਚੀਆਂ ਦੇ ਭਲੇ ਵਾਸਤੇ ਸੀ। ਕਈ ਵਾਰੀ ਸਾਨੂੰ ਬਿਹਾਈਂਡ ਦਾ ਸੀਨ ਕੀ ਹੁੰਦਾ ਉਸ ਦਾ ਨਹੀਂ ਪਤਾ ਹੁੰਦਾ। ਉਹ ਕਾਰਜ ਬੱਚੀਆਂ ਦੇ ਭਲੇ ਵਾਸਤੇ ਹੀ ਉਸ ਸਮੇਂ 'ਚ ਸ਼ੁਰੂ ਹੋਇਆ ਜਿਨ੍ਹਾਂ ਸਮਿਆਂ ਦੇ ਵਿੱਚ ਤਕਰੀਬਨ 1298 ਤੋਂ ਬਾਅਦ ਇਸ ਦੇਸ਼ ਦੇ ਉੱਪਰ ਹਮਲੇ ਸ਼ੁਰੂ ਹੋ ਚੁੱਕੇ ਸੀ ਤੇ ਇੱਥੋਂ ਦੇ ਵਸਨੀਕ ਖਾਸ ਕਰਕੇ ਹਿੰਦੂ ਧਰਮੀ ਹੋਣ ਕਰਕੇ ਬੱਚੀਆਂ ਦੀਆਂ ਡੋਲੀਆਂ ਅਗਵਾ ਕਰ ਲਈਆਂ ਜਾਂਦੀਆਂ ਸੀ, ਚੁੱਕ ਲਈਆਂ ਜਾਂਦੀਆਂ ਸੀ ਤੇ ਕਈ ਵਾਰੀ ਡੋਲੀ ਨੂੰ ਦੋ ਲਾਲਚਾਂ 'ਚ ਲੁੱਟਿਆ ਜਾਂਦਾ ਸੀ, ਔਰਤ ਦੇ ਵਾਸਤੇ ਔਰ ਦੌਲਤ ਦੇ ਵਾਸਤੇ। ਦੋਵੇਂ ਚੀਜ਼ਾਂ ਵਿਆਹ ਦੇ ਵਿੱਚ ਹੁੰਦੀਆਂ, ਔਰਤ ਵੀ ਹੈ ਦੌਲਤ ਵੀ ਹੈ। ਤੇ ਉਸ ਲੁੱਟ ਮਾਰ ਦੇ ਵਿੱਚ ਕਈ ਵਾਰ ਜਿਹੜਾ ਵਿਆਹ ਵਾਲਾ ਲੜਕਾ ਹੁੰਦਾ ਸੀ ਉਹ ਮਾਰਿਆ ਜਾਂਦਾ ਸੀ। ਹੁਣ ਉਹਦੇ 'ਚ ਇੱਕ ਸਮੱਸਿਆ ਪੈਦਾ ਹੁੰਦੀ ਸੀ ਕਿ ਅੱਜ ਵਾਂਗੂ ਤੇ ਮੈਂ ਪਹਿਲਾਂ ਦੱਸਿਆ ਰਿਸ਼ਤੇ ਹੁੰਦੇ ਨਹੀਂ ਸੀ। ਹੁਣ ਬੱਚੀ ਨੇ ਘਰ ਵਾਲੇ ਨੂੰ ਵੇਖਿਆ ਵੀ ਨਹੀਂ ਪਰ ਤੁਸੀਂ ਵਿਧਵਾ ਤਸਲੀਮ ਕਰ ਲਿਆ, ਵਿਆਹ ਹੋਇਆ ਹੀ ਨਹੀਂ, ਡੋਲੀਏ ਤੇ ਜਾ ਰਹੀ ਹੈ ਤੇ ਉਸ ਵਿਧਵਾ ਦੇ ਵਾਸਤੇ ਜਾਂ ਤਾਂ ਸਾਰੀ ਉਮਰ ਸਿਰਗੰਜਾ ਕਰਾ ਕੇ ਉਹ ਵਿਧਵਾ ਹੋਣਾ ਤਸਲੀਮ ਕਰ ਲਊਗੀ ਤੇ ਜਾਂ ਸਤੀ ਹੋ ਜੂਗੀ। ਉਹਦੇ ਵਾਸਤੇ ਦੋ ਹੀ ਰਾਹ ਸੀ। ਸਿਆਣਿਆਂ ਨੇ ਇੱਕ ਹੱਲ ਕੱਢਿਆ ਕਿ ਜੇਕਰ ਇਹ ਨਿਤ ਦੀ ਸਮੱਸਿਆ ਹੈ ਤੇ ਇਹਨੂੰ ਹੱਲ ਕਰਨ ਦੇ ਵਾਸਤੇ ਇੱਕ ਸਬਸਟੀਟਿਊਟ ਪੈਦਾ ਕਰੋ। ਉਹ ਸਬਸਟੀਟਿਊਟ ਕੀ ਪੈਦਾ ਕੀਤਾ ਕਿ ਇੱਕ ਵਿਆਹ ਵਾਲਾ ਲੜਕਾ, ਇੱਕ ਬਾਲਾ, ਵਿਆਹ ਵਾਲੀ ਲੜਕੀ, ਵਰ ਔਰ ਬਾਲਾ ਦੇ ਉੱਪਰ ਉਹਨਾਂ ਨੇ ਇੱਕ ਚੀਜ਼, ਇੱਕ ਸਬਸਟੀਟਿਊਟ ਤਿਆਰ ਕੀਤਾ, ਸਰ ਬਾਲਾ, ਕਿ ਬਾਲਾ ਦੇ ਉੱਪਰ ਇੱਕ ਹੋਰ। ਉਹਦਾ ਭਾਵ ਸੀ ਕਿ ਜਦੋਂ ਬਰਾਤ ਜਾਂਦੀ ਸੀ ਤੇ ਲੜਕੇ ਦਾ ਮਾਸੀ ਦਾ, ਚਾਚੇ ਦਾ, ਮਾਮੇ ਦਾ ਹਮ ਉਮਰ ਲੜਕਾ ਬਿਲਕੁਲ ਉਸੇ ਤਰ੍ਹਾਂ ਦੀ ਪੋਸ਼ਾਕ ਪਵਾ ਕੇ ਪਿੱਛੇ ਰੱਖਿਆ ਜਾਂਦਾ ਸੀ। ਰੱਬ ਨਾ ਕਰੇ ਕਿਤੇ ਹਮਲਾ ਹੋ ਜਾਵੇ ਤੇ ਉਹ ਲੜਕੀ ਦਾ ਪਤੀ ਜਿਹੜਾ ਉਸ ਝੜਪ ਦੇ ਵਿੱਚ ਮਾਰਿਆ ਜਾਵੇ ਤੇ ਉਸ ਵਰ ਤੋਂ ਬਾਅਦ ਇਹ ਜਿਹੜਾ ਸਰਬਾਲਾ ਹੁੰਦਾ ਸੀ ਇਹਦੇ ਨਾਲ ਬੱਚੀ ਨੂੰ ਵਿਆਹ ਦਿੱਤਾ ਜਾਂਦਾ ਸੀ। ਤੇ ਹੁਣ 5 ਸਾਲ ਦੇ ਬੱਚੇ ਨੂੰ ਲੈਨੇ, ਉਹਦੇ ਹੱਥ 'ਚ ਫੜਾਉਨੇ, ਕਿਰਪਾਨ ਪਾਉਂਦੇ, ਕੱਪੜੇ ਤੇ ਸਾਰਾ ਟੱਬਰ ਨੱਚੀ ਜਾਂਦਾ, ਸਰਬਾਲਾ ਬਣਿਆ ਮੁੰਡਾ। ਪਤਾ ਹੀ ਨਹੀਂ ਕਿਉਂ ਬਣਾਇਆ ਜਾਂਦਾ ਸੀ, ਕਾਹਦੇ ਕਰਕੇ ਬਣਾਇਆ ਜਾਂਦਾ ਸੀ, ਪਤਾ ਤੇ ਹੈ ਹੀ ਨਹੀਂ ਨਾ। ਕਦੀ ਯਤਨ ਵੀ ਨਹੀਂ ਕਰਦੇ। ਆ ਹੁਣ ਸਾਡੇ ਬਰਾਤਾਂ ਆਉਂਦੀਆਂ ਨੇ, ਪਟਾਕੇ ਚਲਾਏ ਜਾਂਦੇ ਨੇ, ਆਤਿਸ਼ਬਾਜ਼ੀ ਚਲਾਈ ਜਾਂਦੀ ਹੈ। ਸ਼ੁਰੂ ਕਿੱਥੋਂ ਹੋਇਆ? ਜਦੋਂ ਇੱਕ ਕੰਪਰੋਮਾਈਜ਼ ਦੇ ਵਿੱਚ ਰਾਜਪੂਤ ਸਵੀਕਾਰ ਕਰ ਲੈਂਦੇ ਸੀ ਕਿ ਅਸੀਂ ਝੁਕ ਕੇ ਲੜਨ ਦੇ ਨਾਲੋਂ ਲੜਕੀ ਗੋਲਾ ਦੇਣ ਨੂੰ ਤਿਆਰ ਆ, ਤੇ ਜਿਹੜੇ ਹਾਕਮ ਸੀ ਨਾ ਉਹ ਇਸੇ ਤਰ੍ਹਾਂ ਹੀ ਆਪਣੇ ਟੌਰ ਦਾ ਤੇ ਲਸ਼ਕਰ ਦਾ ਵਿਖਾਵਾ ਕਰਦੇ ਜਾਂਦੇ ਸੀ। ਜਿਸ ਤਰ੍ਹਾਂ ਅੱਜ ਅਸੀਂ ਜਾ ਰਹੇ ਹਾਂ, ਅਸੀਂ ਸਹਿਜ ਦੇ ਵਿੱਚ ਵਿਆਹ ਕਰਨ ਦੇ ਵਾਸਤੇ ਜਾ ਰਹੇ ਹਾਂ ਜਾਂ ਲੜਕੀ ਨੂੰ ਅਗਵਾ ਕਰਨ ਵਾਸਤੇ ਜਾ ਰਹੇ ਹਾਂ? ਕੀ ਕਰ ਰਹੇ ਹਾਂ ਅਸੀਂ ਉੱਥੇ? ਔਰ ਹੈਰਾਨਗੀ ਦੀ ਗੱਲ ਹੈ, ਹੁਣ ਤਾਂ ਮੈਂ ਕਈ ਥਾਵਾਂ ਤੇ ਵੇਖਿਆ, ਮੈਂ ਇੱਕ ਵਿਆਹ ਦੇ ਵਿੱਚ ਗਿਆ, ਮੈਂ ਤੁਹਾਨੂੰ ਗੱਲ ਦੱਸਦਾ, ਉਹ ਜੀ ਸਵੇਰੇ ਹੀ ਬਰਾਤ ਵਾਲਿਆਂ ਨੇ ਸ਼ਰਾਬ ਪੀਤੀ, ਸਵੇਰੇ ਹੁੰਦਾ ਸ਼ਹਿਰਾਂ ਦੇ ਵਿੱਚ ਵੀ, ਪਿੰਡਾਂ 'ਚ ਵੀ ਹੋ ਰਿਹਾ ਹੀ ਕੁਛ, ਤੇ ਸਵਾਗਤ ਹੋ ਰਿਹਾ ਤੇ ਬਾਬਾ ਜੀ ਨੇ ਗਲ 'ਚ ਢੋਲਕੀ ਪਾਈ ਤੇ ਸ਼ਬਦ ਪੜ ਰਹੇ ਨੇ, ਹਮ ਘਰ ਸਾਜਨ ਆਏ, ਤੇ ਸਾਜਨਾ ਦਾ ਜੋ ਹਾਲ ਧਰਮ ਨਾ ਵੇਖਣ ਵਾਲਾ। ਤੇ ਇੱਕ ਬਜ਼ੁਰਗ ਤੋਂ ਰਿਹਾ ਨਾ ਗਿਆ, ਕਹਿੰਦਾ ਬਾਬਾ ਜੇ ਇਹ ਸਾਜਨ ਨੇ ਜਿਨ੍ਹਾਂ ਨੇ ਸਵੇਰੇ 9 ਵਜੇ ਸ਼ਰਾਬ ਪੀਤੀ, ਫਿਰ ਭੂਤ ਕਿਹਨਾਂ ਨੂੰ ਕਹਿੰਦੇ? ਜੇ ਇਹ ਸਾਜਨ ਨੇ ਤੇ ਫਿਰ ਭੂਤ ਕਿਹਨਾਂ ਹੁੰਦੇ ਨੇ? ਚਲੋ ਜੀ ਵਿਆਹ ਹੋਣ ਲੱਗਾ ਤੇ ਮੁੰਡੇ ਨੇ ਵੀ ਕੋਈ ਨਸ਼ਾ ਕੀਤਾ, ਤੇ ਫਿਰ ਉੱਥੇ ਸ਼ਬਦ ਪੜਿਆ ਜਾ ਰਿਹਾ ਕਿ ਸੱਜਣ ਲੱਭਾ ਜੀ ਸਾਰਾ ਜੱਗ ਢੂੰਡ ਕੇ, ਤੇ ਬਾਪੂ ਕਹਿੰਦਾ ਢੂੰਡਿਆ ਕੀ ਜੇ? ਇਹਨਾਂ ਦੇ ਖੂਚ ਧੱਕਾ ਦੇ ਦਿੰਦੇ, ਉਹ ਚੰਗਾ ਸੀ, ਕੀ ਢੂੰਡਿਆ ਜੀ? ਸੋ ਇਹ ਅੱਜ ਸਾਡੇ ਸਮਾਜ ਦੇ ਵਿੱਚ ਇਹ ਕੁਝ ਹੋ ਰਿਹਾ ਹੈ। ਕੋਈ ਸਮਾਂ ਸੀ ਆ ਸੋਹਿਲਾ ਦਾ ਕੀ ਭਾਵ ਹੁੰਦਾ? ਸੋਹਿਲੇ ਦਾ ਜਿਹੜਾ ਰੂਪ ਹੈ ਇਹਦੇ 'ਚ ਵਿਰਾਗ ਤੇ ਖੁਸ਼ੀ ਦੋਵੇਂ ਹੁੰਦੀਆਂ ਨੇ, ਕਿਉਂਕਿ ਇੱਕ ਪਾਸੇ ਵਿਛੋੜਾ ਹੁੰਦਾ, ਇੱਕ ਪਾਸੇ ਮਿਲਾਪ ਹੁੰਦਾ। ਵੈਸੇ ਤੇ ਸਾਰਾ ਜਗਤ ਹੀ ਐਵੇਂ ਹੈ, ਸੰਜੋਗ ਵਿਜੋਗ ਦੋਏ ਕਾਰ ਚਲਾਵੇ। ਜੇ ਤੇ ਮੈਂ ਤੁਹਾਡੇ ਕੋਲ ਆਇਆ, ਮਿਲਿਆ, ਜਾ ਰਿਹਾ ਤੇ ਵਿਛੋੜਾ ਹੈ, ਇਸੇ ਤਰ੍ਹਾਂ ਹਰ ਚੀਜ਼ ਕਿਸੇ ਤੋਂ ਜਿਹੜੀ ਦੂਰ ਜਾ ਰਹੀ ਹੈ, ਕਿਸੇ ਦੇ ਨੇੜੇ ਜਾ ਰਹੀ ਹੈ। ਉਹ ਇੱਕ ਸਰੀਰ ਦੇ ਕਿਣਕੇ ਤੋਂ ਲੈ ਕੇ ਮਨੁੱਖ ਦੇ ਸਰੀਰ ਤੱਕ, ਜੇ ਆਤਮਾ ਤੁਹਾਡੇ ਤੋਂ ਦੂਰ ਜਾ ਰਹੀ ਹੈ ਤੇ ਪਰਮਾਤਮਾ ਦੇ ਨੇੜੇ ਜਾ ਰਹੀ ਹੈ। ਸੰਜੋਗ ਤੇ ਵਿਜੋਗ ਤੋਂ ਬਿਨਾਂ ਦੁਨੀਆ ਦੀ ਕੋਈ ਕਾਰ ਜਿਹੜੀ ਹੈ, ਕੋਈ ਕਾਰ ਵਿਹਾਰ ਸੰਜੋਗ ਤੇ ਵਿਜੋਗ ਤੋਂ ਮੁਕਤ ਨਹੀਂ ਹੈਗਾ। ਜਿਹੜੀ ਗੁਰੂ ਸਾਹਿਬ ਨੇ ਗੱਲ ਕਰ ਦਿੱਤੀ ਹੈ ਨਾ, ਸੰਜੋਗ ਵਿਜੋਗ ਦੋਏ ਕਾਰ ਚਲਾਵੇ। ਔਰ ਸੋਹਿਲੇ ਦੇ ਵਿੱਚ ਕੀ ਹੁੰਦਾ? ਲੜਕੀਆਂ ਦੇ, ਬੱਚੀਆਂ ਦੇ ਵਿਆਹ ਦੇ ਉੱਪਰ ਸੋਹਿਲੇ ਪੜੇ ਜਾਂਦੇ ਸੀ ਨਾ ਜੀ।
ਜਿਹੜਾ ਸੰਗੀਤ ਹੁੰਦਾ ਸੀ ਉਹਦੇ 'ਚ ਇਹੀ ਹੁੰਦਾ ਸੀ, ਬੜੇ ਪਿਆਰੇ ਸ਼ਬਦ ਪੜ੍ਹੇ ਜਾਂਦੇ ਸੀ ਸਿੱਖ ਘਰਾਂ ਦੇ ਵਿੱਚ ਵੀ ਬੱਚੀ ਪਰਿਵਾਰ ਦੇ ਨਾਲੋਂ ਵਿਛੋੜਾ ਪੈ ਰਿਹਾ ਹੈ ਪਰ ਆਪਣੇ ਪਤੀ ਪ੍ਰੀਤਮ ਦੇ ਮਿਲਾਪ ਦੇ ਵਾਸਤੇ ਜਾ ਰਹੀ ਹੈ। ਸੋਹਲਾ ਕਿਹਾ ਜਾਂਦਾ ਸੀ। ਹੁਣ ਬੱਚੀ ਦਾ ਵਿਆਹ ਹੁੰਦਾ ਹੈ, ਘਰ 'ਚ ਡੀਜੇ ਲੱਗਾ ਹੁੰਦਾ ਹੈ ਤੇ ਡੀਜੇ ਲਾ ਕੇ ਭਰਾ ਹੀ ਨੱਚੀ ਜਾਂਦੇ ਨੇ, ਮਿੱਤਰਾਂ ਦੀ ਛਤਰੀ ਤੋੜ ਗਈ। ਇੰਨੀ ਜ਼ਿਆਦਾ ਨੈਤਿਕਤਾ ਪੱਖ ਤੋਂ ਨਿਘਾਰ ਆ ਗਿਆ ਸਾਡੇ ਜੀਵਨ ਦੇ ਵਿੱਚ। ਵੇਖ ਲਓ ਤੁਸੀਂ ਜਾ ਕੇ, ਇਹੀ ਕੁਝ ਹੋ ਰਿਹਾ। ਭਰਾ ਡੀਜੇ ਲਾ ਕੇ ਨੱਚ ਰਹੇ ਹੁੰਦੇ ਔਰ ਸਾਰੇ ਸਮਾਜ ਦੇ ਵਿੱਚ ਇਹ ਹੋ ਰਿਹਾ ਹੈ। ਅਸੀਂ ਨਹੀਂ ਸਮਝ ਰਹੇ ਇਸ ਗੱਲ ਨੂੰ। ਫਿਰ ਮੈਂ ਇੱਕ ਗੱਲ ਕੀਤੀ ਸੀ ਕ੍ਰੀਏਸ਼ਨ, ਕਿ ਬਹੁਤ ਸਾਰੇ ਰਿਸ਼ਤਿਆਂ ਦੇ ਟੁੱਟਣ ਦਾ ਕਾਰਨ ਹੈ ਜੀ ਬੱਚੀ ਜਿਹੜੀ ਹੈ ਉਹਦੇ ਘਰ ਔਲਾਦ ਨਹੀਂ ਹੈ। ਤੇ ਮੈਂ ਡਾਕਟਰ ਹਾਂ, ਬਹੁਤ ਸਾਰੇ ਤਕਰੀਬਨ 60% ਤੋਂ ਵੱਧ ਕੇਸਾਂ ਦੇ ਵਿੱਚ ਜਿਹੜਾ ਨੁਕਸ ਹੈ ਉਹ ਮਰਦ ਦੇ ਵਿੱਚ ਹੁੰਦਾ ਹੈ। ਪਰ ਕਈ ਵਾਰੀ ਤਾਂ ਰਿਸ਼ਤੇ ਇਸ ਤਰ੍ਹਾਂ ਟੁੱਟਦੇ ਨੇ ਜੀ ਲੜਕੀਆਂ ਪੈਦਾ ਹੋ ਰਹੀਆਂ, ਲੜਕਾ ਨਹੀਂ ਹੋਇਆ। ਤੇ ਮੈਂ ਕਹਿੰਦਾ ਕਿਤੇ ਅਸੀਂ ਆਪਣੇ ਇਤਿਹਾਸ ਨੂੰ ਪੜ੍ਹ ਕੇ ਵੇਖੀਏ। ਸੱਚੇ ਪਾਤਸ਼ਾਹ ਸਾਹਿਬ ਗੁਰੂ ਨਾਨਕ ਸਾਹਿਬ ਦੀ ਭੈਣ ਬੀਬੀ ਨਾਨਕੀ ਦੇ ਘਰ ਕੋਈ ਔਲਾਦ ਨਹੀਂ ਸੀ ਤੇ ਕਿਤੇ ਜਨਮ ਸਾਖੀਆਂ ਦੇ ਵਿੱਚ ਭੈਣ ਨਾਨਕੀ ਤੇ ਭਾਈਆ ਜੈ ਰਾਮ ਦੀ ਗੱਲਬਾਤ ਤੇ ਪਿਆਰ ਨੂੰ ਸਮਝਣ ਦਾ ਯਤਨ ਕਰੋ। ਬੱਚਾ ਤਾਂ ਉਹਨਾਂ ਦੇ ਘਰ ਵੀ ਕੋਈ ਨਹੀਂ ਸੀ, ਪਰ ਕੀ ਉਸ ਰਿਸ਼ਤੇ ਦੇ ਵਿੱਚ ਕੋਈ ਤਰੇੜ ਆਈ? ਨਹੀਂ ਆਈ, ਬਿਲਕੁਲ ਤਰੇੜ ਨਹੀਂ ਆਈ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਸਾਨੂੰ ਆਪਣੇ ਘਰਾਂ ਦੇ ਵਿੱਚ, ਆਪਣੇ ਪਰਿਵਾਰਾਂ ਦੇ ਵਿੱਚ ਸਮਝਾਉਣੀਆਂ ਪੈਣਗੀਆਂ। ਫਿਰ ਇਸ ਕ੍ਰੀਏਸ਼ਨ ਤੋਂ ਬਾਅਦ ਅੱਗੇ ਕਰੈਕਟਰ ਦੀ ਗੱਲ ਆ ਜਾਂਦੀ ਹੈ ਤੇ ਸਾਡੀ ਬਾਣੀ ਤਾਂ ਸਪਸ਼ਟ ਸਾਨੂੰ ਕਹਿੰਦੀ ਹੈ ਕਿ ਸੱਚ ਉਰੇ ਸਭ ਤੋਂ ਉੱਪਰ ਸੱਚ ਅਚਾਰ। ਸੋ ਜਿੰਨਾ ਚਿਰ ਤੱਕ ਅਸੀਂ ਇਸ ਪ੍ਰਵਿਰਤੀ ਮਾਰਗ ਦੀ ਅਹਿਮੀਅਤ ਨੂੰ ਨਹੀਂ ਸਮਝਦੇ ਔਰ ਉਸ ਅਹਿਮੀਅਤ ਨੂੰ ਸਾਨੂੰ ਮੁੱਢ ਤੋਂ ਆਰੰਭ ਕਰਨਾ ਪਵੇਗਾ। ਜਿਹੜੀ ਗੱਲ ਮੈਂ ਆਰੰਭ 'ਚ ਕੀਤੀ ਸੀ ਨਾ ਕਿ ਇਹ ਜਿਹੜੀ ਵਿੱਦਿਆ ਹੈ ਇਹ ਬੱਚੇ ਨੂੰ ਸਿੱਖਿਆ ਗੋਦ ਦੇ ਵਿੱਚ ਦੇਣੀ ਆਰੰਭ ਕਰਨੀ ਪਵੇਗੀ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇੱਕ ਸਵਾਲ ਬੜਾ ਅਹਿਮ ਕੀਤਾ ਸੀ ਭੰਗਰਨਾਥ ਨੇ, ਜਿਸ ਵੇਲੇ ਅਚਲ ਬਟਾਲੇ ਦੇ ਸਥਾਨ ਦੇ ਉੱਪਰ ਚਰਚਾ ਹੋਈ ਹੈ ਔਰ ਇਹ ਸਵਾਲ ਬੜਾ ਵੈਲਿਡ ਸੀ। ਇਹ ਉਸ ਮਤ ਦੇ ਨਜ਼ਰੀਏ ਤੋਂ, ਅਸੀਂ ਆਪਣਾ ਮਤ ਪਹਿਲਾਂ ਨਾ ਪੇਸ਼ ਕਰੀਏ, ਉਸ ਮਤ ਦੇ ਨਜ਼ਰੀਏ ਤੋਂ ਵੇਖੀਏ ਤੇ ਸਵਾਲ ਬੜਾ ਵੈਲਿਡ ਹੈ ਕਿਉਂਕਿ ਕਦੀ ਵੀ ਇਸ ਮਤ ਨੇ ਧਰਮ ਦੇ ਪ੍ਰਚਾਰਕ ਦੌਰੇ ਤੋਂ ਬਾਅਦ ਕਿਸੇ ਨੂੰ ਗ੍ਰਹਿਸਥ ਵਿੱਚ ਸਵੀਕਾਰ ਹੀ ਨਹੀਂ ਕੀਤਾ। ਇੱਥੋਂ ਤੱਕ ਕਿ ਨਬੂਦਰੀ ਪਾਦ ਕਬੀਲੇ ਦੇ ਵਿੱਚ ਜਨਮ ਲੈਣ ਵਾਲਾ ਹਿੰਦੂ ਧਰਮ ਦਾ ਸਭ ਤੋਂ ਵੱਡਾ ਫਲਸਫੇ ਦਾ ਧਾਰਨੀ ਆਗੂ ਸ਼ੰਕਰਾਚਾਰੀਆ, ਜਦੋਂ ਉਹ ਵੀ ਧਾਰਮਿਕ ਪ੍ਰਚਾਰ ਤੋਂ ਬਾਅਦ ਗ੍ਰਹਿਸਥ ਮਾਰਗ ਦੇ ਵਿੱਚ ਆਇਆ ਸੀ ਤੇ ਉਸ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਉਸ ਦੇ ਕਬੀਲੇ ਦੇ ਵੱਲੋਂ। ਉਹਦੀ ਮਾਂ ਦੀ ਮੌਤ ਹੋ ਗਈ ਸੀ। ਇਹਨਾਂ ਨੇ ਆਪਣੀ ਮਰਿਆਦਾ ਦੇ ਅਨੁਸਾਰ ਉਸ ਨੂੰ ਧਾਰਮਿਕ ਰਸਮਾਂ ਕਰਨ ਦੀ ਇਜਾਜ਼ਤ ਨਹੀਂ ਸੀ ਦਿੱਤੀ। ਸੋ ਜਿੱਥੇ ਇੰਨਾ ਜ਼ਿਆਦਾ ਇੱਕ ਕਹਿ ਸਕਦੇ ਹੋ ਕਿ ਇੱਕ ਨੈਰੇਟਿਵ ਸੈੱਟ ਕੀਤਾ ਹੁੰਦਾ ਹੈ ਕਿ ਤੁਸੀਂ ਧਰਮ ਦੀ ਗੱਲ ਕਰਨ ਵਾਲੇ ਗ੍ਰਹਿਸਥ ਦੇ ਧਾਰਨੀ ਹੋ ਹੀ ਨਹੀਂ ਸਕਦੇ, ਉੱਥੇ ਗੁਰੂ ਨਾਨਕ ਸਾਹਿਬ ਦੇ ਉੱਪਰ ਸਵਾਰ ਹੋਣਾ ਜਾਇਜ਼ ਸੀ ਔਰ ਹੋਇਆ ਵੀ। ਜਦੋਂ ਗੁਰੂ ਨਾਨਕ ਸਾਹਿਬ ਅਚਲ ਬਟਾਲੇ ਆਏ, ਜਿਸ ਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ। ਜਦੋਂ ਗੁਰੂ ਨਾਨਕ ਸਾਹਿਬ ਇੱਥੇ ਆਏ ਤੇ ਭੰਗਰਨਾਥ ਨੇ ਇੱਕ ਸਵਾਲ ਕੀਤਾ ਹੈ, ਪੁੱਛੇ ਜੋਗੀ ਭੰਗਰਨਾਥ ਤੋਹੇ ਦੁੱਧ ਵਿੱਚ ਕਿਉਂ ਕਾਂਜੀ ਪਾਈ, ਫਿੱਟਿਆ ਚਾਟਾ ਦੁੱਧ ਦਾ ਰਿੜਕਿਆ ਮੱਖਣ ਹੱਥ ਨਾ ਆਈ। ਐ ਗੁਰੂ ਨਾਨਕ ਧਰਮ ਦੇ ਤੱਤ ਦਾ ਵਿਨਾਸ਼ ਕਰ ਦਿੱਤਾ ਹੈ, ਧਰਮ ਦਾ ਤੱਤ ਹੀ ਖਤਮ ਕਰ ਦਿੱਤਾ ਹੈ, ਬਿਲਕੁਲ ਖਤਮ ਕਰ ਦਿੱਤਾ ਹੈ। ਪ੍ਰਚਾਰ ਤੇ ਜਾਣਾ, ਉਦਾਸੀਆਂ ਤੇ ਜਾਣਾ, ਲੋਕਾਂ ਨੂੰ ਧਰਮ ਦੀ ਵਿੱਦਿਆ ਦੇਣੀ ਤੇ ਬਾਅਦ ਦੇ ਵਿੱਚ ਫਿਰ ਪਰਿਵਾਰ ਦੇ ਵਿੱਚ ਆ ਜਾਣਾ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਵਾਬ ਬੜਾ ਪਿਆਰਾ ਦਿੱਤਾ ਹੈ, ਨਾਨਕ ਆਖੈ ਭੰਗਰਨਾਥ ਤੇਰੀ ਮਾਉ ਕੁਚੱਜੀ ਆਈ। ਇੱਥੇ ਮਾਉ ਮਾਂ ਨੂੰ ਨਹੀਂ ਕਿਹਾ ਗਿਆ, ਇੱਥੇ ਮਾਉ ਦਾ ਅਰਥ ਹੈ ਉਸ ਦਾ ਅਧਿਆਤਮਕ ਗੁਰੂ। ਨਾਨਕ ਆਖੈ ਭੰਗਰਨਾਥ ਤੇਰੀ ਮਾਉ ਕੁਚੱਜੀ ਆਈ, ਭਾਂਡਾ ਧੋਏ ਨਾ ਜਾਤਿਓ ਭਾਏ ਕੁਚੱਜੇ ਫੁੱਲ ਸੜਾਈ। ਤੈਨੂੰ ਆਪਣੇ ਕੋਲ ਤੇਰੇ ਸਰੀਰ ਦੇ ਭਾਂਡੇ ਨੂੰ ਰੱਖਿਆ ਤੇ ਜ਼ਰੂਰ, ਪਰ ਤੈਨੂੰ ਮਨ ਨੂੰ ਮਾਂਜਣ ਦੀ ਵਿਧ ਨਹੀਂ ਸਮਝਾਈ। ਹੋਏ ਅਤੀਤ ਗ੍ਰਸਥਤਾ 'ਚ, ਅਤੀਤ ਨਿਰਵਿਰਤੀ ਮਾਰਗ ਵਾਲੇ, ਗ੍ਰਸਥ ਤੋਂ ਦੂਰ। ਤੁਸੀਂ ਗ੍ਰਸਥ ਨੂੰ ਛੱਡ ਕੇ ਅਤੀਤ ਹੋ ਗਏ, ਹੋਏ ਅਤੀਤ ਗ੍ਰਸਥਤਾ 'ਚ। ਫਿਰ ਉਨਕੇ ਘਰ ਮੰਗਣ ਜਾਈ,
ਪਰ ਜਦੋਂ ਤੁਹਾਨੂੰ ਭੁੱਖ ਲੱਗਦੀ ਹੈ ਫਿਰ ਹੱਥਾਂ ਦੇ ਵਿੱਚ ਠੂਠੀ ਫੜ ਕੇ ਤੇ ਉਹਨਾਂ ਦੇ ਕੋਲੋਂ ਹੀ ਰੋਟੀਆਂ ਮੰਗਣ ਜਾਂਦੇ ਹੋ। ਫਿਰ ਦੇਣ ਵਾਲਾ ਵੱਡਾ ਹੈ ਕਿ ਮੰਗਣ ਵਾਲਾ ਵੱਡਾ ਹੈ? ਫਿਰ ਅਤੀਤ ਉੱਚਾ ਹੈ ਕਿ ਗ੍ਰਹਿਸਥੀ ਉੱਚਾ ਹੈ? ਪਾਤਸ਼ਾਹ ਕਹਿੰਦੇ ਹੋਏ ਅਤੀਤ ਗ੍ਰਸਤ ਤਜ, ਫਿਰ ਉਨਕੇ ਘਰ ਮੰਗਣ ਜਾਈ, ਪਰ ਵਿਣ ਦਿੱਤੇ ਕਿਛ ਹੱਥ ਨਾ ਆਈ। ਗੱਲ ਤੇ ਇਹ ਹੈ ਜਿਹਨੂੰ ਸਮਝਣ ਦੀ ਲੋੜ ਹੈ। ਤੇ ਜੇ ਅੱਜ ਅਸੀਂ ਕਹਿੰਦੇ ਹਾਂ ਨਾ ਕਿ ਭਵਿੱਖ ਹੱਥ ਚੋਂ ਗਵਾਚਦਾ ਜਾ ਰਿਹਾ ਹੈ, ਤੇ ਫਿਰ ਵਿਣ ਦਿੱਤੇ ਅਸੀਂ ਦੇ ਹੀ ਰਹੇ ਹਾਂ। ਇਹ ਚਿੰਤਾ ਦਾ ਵਿਸ਼ਾ ਹੈ ਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਬੱਚਿਆਂ ਦਾ ਭਵਿੱਖ ਗਵਾਚਦਾ ਜਾ ਰਿਹਾ ਹੈ, ਤੇ ਇਹਦੇ ਵਿੱਚ ਇੰਟਰਸਪੈਕਸ਼ਨ ਦੀ ਲੋੜ ਹੈ, ਇਹਦੇ 'ਚ ਆਪਾਂ ਚਿੰਤਨ ਕਰਨ ਦੀ ਲੋੜ ਹੈ ਕਿ ਅਸੀਂ ਦੇ ਕੀ ਰਹੇ ਹਾਂ। ਜੇ ਕੁਝ ਨਹੀਂ ਦੇ ਰਹੇ ਤੇ ਜ਼ਰੂਰ ਗਵਾਚੇਗਾ। ਅਸੀਂ ਦੇ ਉਹ ਗੱਲਾਂ ਰਹੇ ਹਾਂ ਜਿਹੜੀਆਂ ਸਮਾਜ ਦੇ ਵਿੱਚੋਂ ਲੈ ਰਹੇ ਹਾਂ। ਕਿਸੇ ਸਮੇਂ ਸਵੰਬਰ ਦੇ ਵਿੱਚ ਕਿਸੇ ਸ਼ਰਤ ਦੇ ਅਧੀਨ ਬੱਚੀ ਨੂੰ ਜਿੱਤਿਆ ਜਾਂਦਾ ਸੀ, ਤੇ ਜਿੱਤਣ ਤੋਂ ਬਾਅਦ ਉਸ ਬੱਚੀ ਦੇ ਗਲ ਦੇ ਵਿੱਚ ਜਿੱਤ ਦੀ ਮਾਲਾ ਪਾਈ ਜਾਂਦੀ ਸੀ, ਜਿਸ ਨੂੰ ਪਹਿਲਾਂ ਵਿਜੇ ਮਾਲਾ ਤੇ ਬਾਅਦ ਵਿੱਚ ਜੈ ਮਾਲਾ ਕਿਹਾ ਜਾਂਦਾ ਸੀ। ਅੱਜ ਸਾਡੀ ਬੱਚੀ ਨੂੰ ਕੋਈ ਧੁਨਸ਼ ਤੋੜ ਕੇ ਲੈ ਕੇ ਜਾ ਰਿਹਾ ਜਾਂ ਜੂਏ 'ਚ ਜਿੱਤ ਕੇ ਲੈ ਕੇ ਜਾ ਰਿਹਾ, ਅੱਜ ਅਸੀਂ ਜੈ ਮਾਲਾ ਦੀ ਰਸਮ ਕਰਦੇ। ਸਮਝੀਏ ਤਾਂ ਸਹੀ ਕਿ ਇਹ ਚੀਜ਼ਾਂ ਆਈਆਂ ਕਿੱਥੋਂ ਨੇ। ਕਿਸੇ ਸਮੇਂ ਕਿਤੇ ਤੁਹਾਨੂੰ ਬੁੱਲੇ ਸ਼ਾਹ ਨੂੰ ਪੜ੍ਹਨ ਦਾ ਮੌਕਾ ਮਿਲੇ, ਉਹ ਕਹਿੰਦਾ ਹੈ ਕਿ ਕੋਤੂਰ ਪਹਾੜ ਦਾ ਸੁਰਮਾ ਵੀ ਕਾਲਾ, ਲੋਕੀ ਨੈਣਾ ਵਿੱਚ ਵਸੀਂਦੇ, ਕੁਰਾਨ ਸ਼ਰੀਫ ਦੇ ਹਰਫ ਵੀ ਕਾਲੇ, ਲੋਕੀ ਫਿਰ ਵੀ ਸੀਸ ਨਵੀਂਦੇ, ਸੁਣ ਬੁੱਲਿਆ ਗੋਰੇ ਰੰਗ ਕੀ ਕਰਨੇ, ਘਰਿਓ ਘਰੀ ਵਸੀਂਦੇ। ਸੋ ਉਹਦੇ 'ਚ ਜਦੋਂ ਕੋਤੂਰ ਪਹਾੜ ਦੀ ਗੱਲ ਆਉਂਦੀ ਹੈ, ਤੇ ਕੋਤੂਰ ਪਹਾੜ ਦੇ ਉੱਪਰ ਜਦੋਂ ਹਜ਼ਰਤ ਮੂਸਾ ਨੂੰ ਖੁਦਾ ਦੇ ਦੀਦਾਰ ਹੁੰਦੇ ਨੇ, ਕਹਿੰਦੇ ਅਸਮਾਨ ਤੋਂ ਬਿਜਲੀ ਡਿੱਗੀ, ਜਿਸ ਪੱਥਰ ਤੇ ਡਿੱਗੀ ਉਹ ਪੱਥਰ ਸੜ ਗਿਆ, ਸਵਾਹ ਬਣ ਗਿਆ। ਤੇ ਉਹਨਾਂ ਨੇ ਇੱਕ ਯਕੀਨ ਘੜ ਲਿਆ ਕਿ ਜੇਕਰ ਇਸ ਪੱਥਰ ਦੀ ਸਵਾਹ ਜਾਂ ਕਾਲਖ ਜਾਂ ਕਾਲੇ ਰੰਗ ਨੂੰ ਅੱਖ ਦੇ ਵਿੱਚ ਪਾਓਗੇ ਤੇ ਤੁਹਾਨੂੰ ਸ਼ੈਤਾਨ ਦੀ ਨਜ਼ਰ ਨਹੀਂ ਲੱਗੇਗੀ। ਉਹ ਉਹਨਾਂ ਦੀ ਰਸਮ ਸੀ, ਤੇ ਸਾਡੇ ਉਹਨਾਂ ਚਿਰ ਵਿਆਹ ਹੀ ਨਹੀਂ ਪੂਰਾ ਗਿਣਦੇ ਜਿੰਨਾ ਚਿਰ ਭਾਬੀਆਂ ਸੁਰਮਾ ਨਾ ਪਾਉਣ। ਸਾਡੇ 'ਚ ਕਿੱਥੋਂ ਆ ਗਈ ਇਹ? ਸਾਡੇ ਵਿੱਚ ਕਿੱਥੋਂ ਆ ਗਈ? ਸਭ ਤੋਂ ਪਹਿਲਾਂ ਜੇਕਰ ਮੌਲੀ ਦੀ ਤੁਸੀਂ ਰਸਮ ਵੇਖਣੀ ਹੈ ਤਾਂ ਪੁਰਾਣ ਦੇ ਵਿੱਚ, ਵਿਸ਼ਨੂੰ ਪੁਰਾਣ 'ਚ ਪੜ੍ਹ ਕੇ ਵੇਖ ਲਓ। ਸਭ ਤੋਂ ਪਹਿਲਾਂ ਜਦੋਂ ਜਲੰਧਰ ਦੈਤ ਦੀ ਪਤਨੀ ਨੂੰ ਜਿੱਤਣ ਦੇ ਵਾਸਤੇ ਵਿਸ਼ਨੂੰ ਦਾ ਜਲੰਧਰ ਦੇ ਦੈਤ ਦੇ ਨਾਲ ਜੰਗ ਹੁੰਦਾ ਹੈ, ਤੇ ਉਸ ਦੀ ਪਤਨੀ ਉਦੋਂ ਹੱਥ ਦੇ ਉੱਪਰ ਮੌਲੀ ਬੰਨ੍ਹਦੀ ਹੈ। ਕੁੰਤੀ ਵੀ ਆਪਣੇ ਪੋਤਰੇ ਨੂੰ ਮਹਾਭਾਰਤ ਦੇ ਵਿੱਚ ਮੌਲੀ ਬੰਨ੍ਹ ਕੇ ਤੋਰਦੀ ਹੈ। ਤੇ ਅਸੀਂ, ਮੈਨੂੰ ਕਈ ਵਾਰੀ ਇੰਜ ਲੱਗਦਾ ਹੁੰਦਾ ਵੀ ਕਈਆਂ ਨੇ ਤਾਂ ਇੰਜ ਲੱਗਦਾ ਹੁੰਦਾ ਵੀ ਤਰ੍ਹਾਂ ਸਾਰੇ ਸ਼ਹਿਰ ਦੇ ਧਾਗੇ ਹੀ ਹੱਥੇ ਬੱਧੇ ਹੁੰਦੇ ਨੇ, ਇੰਜ ਬਣੇ ਹੁੰਦੇ ਨੇ। ਸੋ ਇਹ ਰਸਮਾਂ ਕਿੱਥੋਂ ਆ ਰਹੀਆਂ ਨੇ ਸਾਡੇ 'ਚ? ਮੈਂ ਵਿਦੇਸ਼ ਦੇ ਵਿੱਚ ਸੀਗਾ ਸਿੰਘ ਸਾਹਿਬ, ਤੇ ਹੁਣ ਇੰਟਰਨੈਟ ਦੇ ਕਰਕੇ ਤਕਰੀਬਨ ਸਾਰੀਆਂ ਰਸਮਾਂ ਧਰਮਾਂ ਦੀਆਂ ਸਾਂਝੀਆਂ ਹੋ ਜਾਂਦੀਆਂ ਨੇ। ਇੱਕ ਬੱਚੀ ਨੇ ਮੈਨੂੰ ਕੈਂਪ 'ਚ ਸਵਾਲ ਕੀਤਾ, ਕਹਿੰਦੀ ਜਦੋਂ ਤੁਹਾਡੇ ਸਿੱਖਾਂ ਦੇ ਵਿੱਚ ਮੈਰਿਜ ਸੈਰੇਮਨੀ ਹੁੰਦੀ ਹੈ, ਜਦੋਂ ਵਿਆਹ ਹੁੰਦਾ ਹੈ, ਤੇ ਸਿਰ ਤੋਂ ਪੈਸੇ ਕਿਉਂ ਕਮਾਉਂਦੇ ਜੇ? ਮੈਂ ਕਿਹਾ ਰਸਮ ਤਾਂ ਸਾਡੀ ਨਹੀਂ, ਆਈ ਇਸਲਾਮ 'ਚੋਂ। ਕਹਿੰਦੀ ਮਤਲਬ? ਮੈਂ ਕਿਹਾ ਇਹਦਾ ਮਤਲਬ ਹੁੰਦਾ ਹੈ ਕਿ ਜਿਸ ਤੋਂ ਕਮਾਏ ਜਾ ਰਹੇ ਨਾ ਉਹ ਸਾਡੇ ਲਈ ਕੀਮਤੀ ਆ, ਤੇ ਅਸੀਂ ਇਹ ਤੋਂ ਕੁਝ ਵੀ ਵਾਰ ਸਕਦੇ ਹਾਂ। ਕਹਿੰਦੀ ਕਿੰਨੇ ਪੈਸੇ ਕਮਾਉਂਦੇ ਹੋ? ਮੈਂ ਕਿਹਾ ਆਰਥਿਕ ਸਮਰੱਥਾ ਹੈ ਪਰਿਵਾਰ ਦੀ, ਕੋਈ 10, ਕੋਈ 100, ਕੋਈ 50, ਕੋਈ 500, ਜਿੰਨੀ ਕਿ ਸਮਰੱਥਾ ਹੈ। ਕਹਿੰਦੀ ਕੋਈ ਰਿਕਾਰਡ ਵੀ ਹੈ ਕਿ ਕਿਸੇ ਨੇ ਵੱਧ ਤੋਂ ਵੱਧ ਪੈਸੇ ਕਮਾ ਕੇ ਰਿਕਾਰਡ ਬਣਾਇਆ ਹੋਵੇ? ਮੈਂ ਕਿਹਾ ਮੈਨੂੰ ਪੈਸਿਆਂ ਦੇ ਰਿਕਾਰਡ ਦਾ ਤੇ ਪਤਾ ਨਹੀਂ, ਪਰ ਮੈਂ ਤੁਹਾਨੂੰ ਇੱਕ ਵਾਰਨੇ ਦਾ ਰਿਕਾਰਡ ਦੱਸਦਾ ਜਿਹੜਾ ਨਾ ਟੁੱਟਿਆ ਤੇ ਨਾ ਟੁੱਟ ਸਕਦਾ। ਉਹ ਮੇਰੇ ਗੁਰੂ ਨੇ ਉਸ ਸਮੇਂ ਬਣਾਇਆ ਜਦੋਂ ਸਿੱਖ ਦੇ ਸਿਰ ਦੇ ਉੱਪਰੋਂ ਆਪਣੇ 4 ਪੁੱਤਰ ਵਾਰ ਕੇ ਇਹ ਗੱਲ ਕਹਿ ਦਿੱਤੀ, ਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ 4 ਮੋਏ ਤੋਂ ਕਿਆ ਹੋਇਆ। ਹੁਣ ਮੈਂ ਆਖਰੀ ਗੱਲ, ਮੇਰਾ ਵਕਤ ਸਿੰਘ ਸਾਹਿਬ ਸਮਾਪਤ ਹੈ, ਆਖਰੀ ਗੱਲ ਕਹਿ ਕੇ ਤੇ ਇੱਕ ਸਵਾਲ ਤੁਹਾਡੇ ਤੇ ਛੱਡ ਕੇ ਮੈਂ ਆਪਣੇ ਕਰ ਦੇਣਾ ਸਮਾਪਤ ਲੈਕਚਰ ਨੂੰ। ਔਰ ਇਸ ਗੱਲ ਨੂੰ ਮੰਨ ਕੇ ਤੇ ਤੁਹਾਨੂੰ ਮੇਰੇ ਨਾਲ ਮੰਨਣਾ ਪਵੇਗਾ ਕਿ ਸਮੱਸਿਆਵਾਂ ਦੇ ਦੋਸ਼ੀ ਅਸੀਂ ਖੁਦ ਹਾਂ, ਬਾਹਰੋਂ ਕੋਈ ਦੋਸ਼ੀ ਨਹੀਂ ਹੈ। ਅਸੀਂ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਦੋਸ਼ੀ ਖੁਦ ਹਾਂ। ਆ ਤੁਹਾਡੇ ਦਿੱਲੀ ਦੇ ਵਿੱਚ ਹਜ਼ਰਤ ਨਿਜ਼ਾਮੁਦੀਨ ਔਲੀਆ ਦੇ ਕੋਲ ਉਸ ਦਾ ਇੱਕ ਗਰੀਬ ਜਿਹਾ ਮੁਰੀਦ ਆ ਗਿਆ, ਪੈਸੇ ਦੀ ਲੋੜ ਸੀ। ਕਹਿੰਦਾ ਕਿ ਪੀਰ ਸਾਹਿਬ ਪੈਸੇ ਦੀ ਲੋੜ ਹੈ, ਘਰ ਦੇ ਵਿੱਚ ਤੰਗੀ ਹੈ, ਪੈਸੇ ਦੇ ਦਿਓ। ਤੇ ਉਸ ਵੇਲੇ ਪੀਰ ਕੋਲ ਪੈਸੇ ਵੀ ਨਹੀਂ ਸੀ। ਉਹ ਸੱਚੀ ਇਹ ਦਰਵੇਸ਼ ਹੁੰਦੇ ਸੀ ਜਿਨ੍ਹਾਂ ਦੇ ਬਾਰੇ ਸਾਡੀ ਲੋਕਧਾਰਾ ਚ ਆਉਂਦਾ ਨੇ ਕਿ ਪੱਲੇ ਬੰਨ੍ਹ ਨਾ ਤੁਰਦੇ ਪੰਛੀ ਤੇ ਦਰਵੇਸ਼, ਜਿੰਨਾ ਤਕਲਾ ਰੱਬ ਦਾ ਤਿੰਨਾ ਰਿਜ਼ਕ ਹਮੇਸ਼। ਹੁਣ ਤਾਂ ਪੈਸੇ ਦੀ ਗੱਲ ਹੀ ਕੋਈ ਨਹੀਂ ਬਾਬਿਆਂ ਦੀ, ਹੁਣ ਤਾਂ ਵੱਡੀਆਂ ਗੱਲਾਂ ਨੇ ਬਾਬਿਆਂ ਦੀ, ਹੁਣ ਥੋੜਾ ਉਹ ਗੱਲ ਰਹਿ ਗਈ। ਉਹ
ਉਸ ਸਮੇਂ ਦੇ ਦਰਵੇਸ਼ ਹੁੰਦੇ ਸੀ ਕਿਤੇ। ਸੋ ਉਹ ਕਹਿੰਦਾ ਹੈ ਕਿ ਮੇਰੇ ਕੋਲ ਹੈ ਨਹੀਂ, ਪਰ ਤੂੰ ਮੇਰਾ ਜੋੜਾ ਲੈ ਜਾ। ਆਪਣੀ ਜੁੱਤੀ ਲਾ ਕੇ ਪੁਰਾਣੀ ਜਿਹੜੀ ਸੀ ਉਹ ਕੱਪੜੇ 'ਚ ਬੰਨ੍ਹ ਕੇ ਉਹਨੂੰ ਦੇ ਦਿੱਤੀ, ਤੇ ਉਹ ਜਾਂਦਾ ਗਾਲਾਂ ਹੀ ਕੱਢਦਾ ਜਾਵੇ। ਇੰਨਾ ਵੱਡਾ ਹਜ਼ਰਤ ਨਿਜ਼ਾਮੁਦੀਨ ਔਲੀਆ, ਜਿਨ੍ਹਾਂ ਦੇ ਨਾਂ ਤੇ ਸਟੇਸ਼ਨ ਵੀ ਹੈ ਨਿਜ਼ਾਮ, ਇੰਨਾ ਵੱਡਾ ਪੀਰ ਫਕੀਰ, ਇੰਨਾ ਵੱਡਾ ਇਹਦਾ ਇੱਥੇ ਰੋਜ਼ਾ, ਇੰਨੀ ਇਹਦੀ ਮਾਨਤਾ, ਤੇ ਦੇ ਦਿੱਤੀ ਟੁੱਟੀ ਜੁੱਤੀ। ਚਲੋ ਜੀ, ਜਾ ਰਿਹਾ ਸੀ, ਬਦਾਊਂ ਉਹਦਾ ਪਿੰਡ ਸੀ, ਜਾ ਰਿਹਾ ਸੀ, ਰਸਤੇ 'ਚ ਇੱਕ ਸਰਾਂ 'ਚ ਰੁਕਿਆ, ਤੇ ਉਸੇ ਸਰਾਂ ਦੇ ਵਿੱਚ ਅਮੀਰ ਖੁਸਰੋ ਵਪਾਰ ਕਰਕੇ ਨਾ ਤੇ ਊਠਾਂ ਦੇ ਉੱਪਰ ਧਨ ਦੌਲਤ ਲੱਦ ਕੇ ਲੈ ਕੇ ਆ ਰਿਹਾ ਸੀ, ਬੜਾ ਪੈਸਾ ਕਮਾ ਕੇ ਲੈ ਗਿਆ। ਜਦੋਂ ਸਰਾਂ ਦੇ ਵਿੱਚ ਐਂਟਰ ਕੀਤਾ ਤੇ ਸਰਾਂ ਦੇ ਮੁਖੀ ਨੂੰ ਕਹਿੰਦਾ ਇੱਥੇ ਪੀਰ ਜੀ ਆਏ ਸੀ, ਔਲੀਆ ਸਾਹਿਬ ਆਏ ਸੀ? ਕਹਿੰਦੇ ਨਹੀਂ। ਕਹਿੰਦਾ ਇੱਥੋਂ ਔਲੀਆ ਸਾਹਿਬ ਦੇ ਕਦਮਾਂ ਦੀ ਸੁਗੰਧ ਆ ਰਹੀ ਹੈ, ਕਿਉਂਕਿ ਉਹ ਵਿਅਕਤੀ ਉੱਥੇ ਸੀ ਜਿਹੜਾ ਜੁੱਤੀ ਲੈ ਕੇ ਗਿਆ ਸੀ ਨਿਜ਼ਾਮੁਦੀਨ ਔਲੀਆ ਦੀ। ਖੁਸਰੋ ਕਹਿੰਦਾ ਇੱਥੋਂ ਹਜ਼ਰਤ ਸਾਹਿਬ ਦੇ ਕਦਮਾਂ ਦੀ ਸੁਗੰਧ ਆ ਰਹੀ ਹੈ। ਕਿਤੇ ਭਾਈ ਨੰਦ ਲਾਲ ਜੀ ਨੂੰ ਪੜੋ ਨਾ, ਇੱਕ ਬੜੀ ਪਿਆਰੀ ਗੱਲ ਕਰਦੇ ਨੇ, ਕਹਿੰਦੇ ਰੋਜ਼ਾ ਬਾਗੇ ਇਰਮ ਕਿ ਕੁਰਬਾ ਕੁਨਦ। ਭਾਈ ਦਿਆ ਸਿੰਘ ਨੂੰ ਕਹਿੰਦੇ ਮੇਰਾ ਜੀ ਕਰਦਾ ਰੋਜ਼ਾ ਬਾਗੇ ਇਰਮ ਕਿ ਕੁਰਬਾ ਕੁਨਦ, ਕਿ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਸ ਜਗ੍ਹਾ ਦੇ ਉੱਪਰ ਜਿੱਥੇ ਕਦਮ ਹੋਣ ਨਾ, ਮੈਂ ਜਿਹੜਾ ਬਾਗ ਹੈ ਨਾ ਕੁਰਬਾਨ ਕਰ ਦੇਵਾਂ। ਰੋਜ਼ਾ ਹੈ ਬਾਗੇ ਇਰਮ ਕੁਰਬਾ ਕੁਨਦ, ਬਸ ਕੇ ਮਾਰਾ ਏ ਕੂਏ ਆਜ਼ਿਜ਼ ਲਜ਼ੀਜ਼। ਤੇ ਭਾਈ ਦਿਆ ਸਿੰਘ ਮੁਸਕਰਾ ਕੇ ਕਹਿੰਦੇ ਨੰਦ ਲਾਲ ਕਿਵੇਂ ਦੀ ਗੱਲ ਕਰਦਾ, ਤੈਨੂੰ ਇੰਨਾ ਪਤਾ ਜੇ ਸੁਰਗ ਦਾ ਬਾਗ ਕੁਰਬਾਨ ਕਰਨਾ ਪਹਿਲਾਂ ਮਰ ਕੇ ਉੱਤੇ ਜਾਣਾ ਪੈਣਾ। ਤੇ ਨੰਦ ਲਾਲ ਮੁਸਕਰਾ ਕੇ ਕਹਿੰਦੇ ਮੌਤ ਵੀ ਕਿੱਥੋਂ ਆਏ, ਜਿੰਦਾ ਮੈਂ ਗਰਦਮ ਸੇ ਬੂਏ ਮੁਕਦਮਸ਼, ਬਸ ਕੇ ਮਾਰਾ ਏ ਕੂਏ ਆਜ਼ਿਜ਼ ਲਜ਼ੀਜ਼। ਕਹਿੰਦਾ ਹੁਣ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਕਦਮਾਂ ਦੀ ਖੁਸ਼ਬੂ ਹੋਵੇ ਉੱਥੇ ਮੌਤ ਵੀ ਕਿੱਥੋਂ ਆ ਸਕਦੀ, ਉਹਦੇ ਨਾਲ ਤੇ ਸਾਹ ਚੱਲਦੇ ਨੇ। ਸੋ ਅਮੀਰ ਖੁਸਰੋ ਕਹਿੰਦਾ ਕਿ ਇਸ ਸਰਾਂ ਦੇ ਵਿੱਚੋਂ ਮੈਨੂੰ ਮੇਰੇ ਪੀਰ ਦੇ ਕਦਮਾਂ ਦੀ ਸੁਗੰਧ ਆਉਂਦੀ ਹੈ। ਕਹਿੰਦਾ ਉਹ ਤਾਂ ਨਹੀਂ ਆਏ, ਪਰ ਇੱਕ ਵਿਅਕਤੀ ਦਿੱਲੀ ਤੋਂ ਆਇਆ ਹੈ ਜਿਹੜਾ ਇੱਥੇ ਰੁਕਿਆ ਹੋਇਆ। ਕਹਿੰਦਾ ਮਿਲਾ ਦੇ। ਉਹਨੂੰ ਮਿਲਿਆ, ਕਹਿੰਦਾ ਤੂੰ ਨਿਜ਼ਾਮੁਦੀਨ ਸਾਹਿਬ ਨੂੰ ਮਿਲ ਕੇ ਆਇਆ? ਕਹਿੰਦਾ ਹਾਂ। ਕਹਿੰਦਾ ਕੀ ਰਹਿਮਤ ਦਿੱਤੀ? ਕਹਿੰਦਾ ਰਹਿਮਤ ਸਵਾਹ ਦੇਣੀ ਸੀ, ਟੁੱਟੀ ਜੁੱਤੀ ਦੇ ਦਿੱਤੀ। ਕਹਿੰਦਾ ਟੁੱਟੀ ਜੁੱਤੀ ਦਿੱਤੀ ਹੈ। ਕਹਿੰਦਾ ਇੰਜ ਕਰੇ ਜੁੱਤੀ ਮੈਨੂੰ ਦੇ ਦੇ। ਕੀ ਲੈਣਾ ਹੈ? ਕਹਿੰਦਾ ਕੀ ਦੇ ਸਕਦਾ? ਕਹਿੰਦਾ ਸਾਰੀ ਦੌਲਤ ਲੈ ਲਾ, ਸਾਰੀ ਦੌਲਤ ਲੈ ਲਾ, ਆ ਟੁੱਟੀ ਜੁੱਤੀ ਮੈਨੂੰ ਦੇ ਦੇ। ਸਾਰੀ ਦੌਲਤ ਉਸਨੂੰ ਦੇ ਦਿੱਤੀ। ਟੁੱਟੀ ਜੁੱਤੀ ਲੈ ਕੇ ਔਲੀਆ ਸਾਹਿਬ ਦੇ ਕੋਲ ਆਇਆ, ਤੇ ਔਲੀਆ ਸਾਹਿਬ ਕਹਿੰਦੇ ਖੁਸਰੋ ਵਪਾਰ ਕਰ ਰਿਹਾ? ਕਹਿੰਦਾ ਹਾਂ ਕਰ ਰਿਹਾ। ਕਿੰਨਾ ਕੁ ਫਾਇਦਾ ਹੋਇਆ? ਕਹਿੰਦਾ ਬਹੁਤ ਫਾਇਦਾ ਹੋਇਆ, ਬਹੁਤ ਕੁਛ ਕਮਾਇਆ। ਕਹਿੰਦੇ ਖਰੀਦਿਆ ਕੀ? ਕਹਿੰਦਾ ਤੁਹਾਡੀ ਜੁੱਤੀ। ਕਹਿੰਦੇ ਬੜੀ ਸਸਤੇ 'ਚ ਲੈ ਲਈ ਉਹ ਰਹਿਮਤ। ਹੁਣ ਇੱਥੇ ਖਿਆਲ ਕਰਿਓ, ਮੰਨਣਾ ਨਾ ਮੰਨਣਾ ਤੁਹਾਡੀ ਮਰਜ਼ੀ। ਆਪਣੇ ਮੁਰਸ਼ਿਦ ਦੀ ਜੁੱਤੀ ਦੇ ਉੱਪਰੋਂ, ਸਿਰਫ ਜੁੱਤੀ ਦੇ ਉੱਪਰੋਂ ਉਹ ਆਪਣਾ ਸਭ ਕੁਝ ਦੇਣ ਨੂੰ ਕੁਰਬਾਨ ਹੋ ਗਿਆ, ਤੇ ਤੁਹਾਡੀ ਝੋਲੀ 'ਚ ਗੁਰੂ ਦੇ 4 ਸਿਰ ਪਏ ਹੋਣ ਪੁੱਤਰਾਂ ਦੇ, ਤੁਸੀਂ ਮਰਿਆਦਾ ਨੂੰ ਮੰਨਣ ਨੂੰ ਤਿਆਰ ਨਹੀਂ। ਮੰਨਣਾ ਜਾਂ ਨਾ ਮੰਨਣਾ ਤੁਹਾਡੀ ਮਰਜ਼ੀ। ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ ਸਤਿਕਾਰ ਸਹਿਤ ਆਖਣਾ ਜੀ।